Audio Jungle. Audio Jungle. ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਮਾਨ ਧਾਲੀਵਾਲ। ਦਿੱਲੀ ਦੇ ਵਿੱਚ ਮੋਰਚਾ ਜੋ ਚੱਲ ਰਿਹਾ ਤਕਰੀਬਨ 100 ਦਿਨ ਤੋਂ ਪਾਰ ਹੋ ਗਿਆ। ਜਥੇਬੰਦੀਆਂ ਦੇ ਲਗਾਤਾਰ ਐਲਾਨ ਜੋ ਕੀਤੇ ਜਾ ਰਹੇ ਨੇ, ਉਸ ਦੇ ਸੰਬੰਧ ਵਿੱਚ ਹੀ ਸਾਡੇ ਨਾਲ ਗੱਲਬਾਤ ਕਰਨ ਲਈ ਨੇ ਸਰਜੀਤ ਸਿੰਘ ਫੂਲ ਜੋ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ, ਮਿਹਰਬਾਨੀ। ਜੋ ਸੰਯੁਕਤ ਮੋਰਚਾ ਹੁਣ ਅੱਜ ਦੇ ਟਾਈਮ 100 ਦਿਨ ਤੋਂ ਪਾਰ ਕਰ ਰਿਹਾ, ਕਿੱਥੇ ਸਟੈਂਡ ਕਰ ਰਿਹਾ? ਲੋਕਾਂ ਨੂੰ ਕੀ ਲੱਗ ਰਿਹਾ ਵੀ ਹੁਣ ਤਾਂ ਕਾਫੀ ਟਾਈਮ ਹੋ ਗਿਆ ਬੈਠਣ ਨੂੰ, ਅੱਗੇ ਕੀ ਹੋਊਗਾ? ਇਹਦੇ ਬਾਰੇ ਥੋੜੀ ਅਪਡੇਟ ਕੀ ਹੈ ਨਵੀਂ? ਦੇਖੋ ਜੀ, ਮੋਰਚਾ ਲੰਮਾ ਜ਼ਰੂਰ ਹੋਇਆ ਸਰਕਾਰ ਦਾ ਜਿਹੜਾ ਆੜੇ ਵਾਲਾ ਰਵੱਈਏ ਕਰਕੇ, ਪਰ ਲੰਮੇ ਹੋਣ ਨਾਲ ਸਾਡਾ ਜਿਹੜਾ ਬਲ ਹੈ, ਸਾਡਾ ਜਿਹੜਾ ਉਹ ਕੋਈ ਘਟਿਆ ਨਹੀਂ। ਜਿੰਨਾ ਲੰਮਾ ਹੋ ਰਿਹਾ ਉਹਨਾਂ ਸਾਡਾ ਜਿਹੜਾ ਸਮਰਥਨ ਹੈ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਵੀ, ਉਹ ਸਮਰਥਨ ਸਾਡਾ ਵੱਧ ਰਿਹਾ ਉਹਨਾਂ। ਇਸ ਕਰਕੇ ਲੰਮਾ ਹੋਣ ਦੇ ਨਾਲ ਨੁਕਸਾਨ ਉਦੋਂ ਹੁੰਦਾ ਵੀ ਜਦੋਂ ਪਿੱਛੋਂ ਤੁਹਾਡਾ ਸਮਰਥਨ ਘਟ ਜੇ। ਸਮਰਥਨ ਘਟ ਨਹੀਂ ਰਿਹਾ, ਉਹਦੀ ਕੰਬਲੀ ਸਮਝ ਲਓ ਜਿਹੜੀ ਪਾਪਾਂ ਦਾ ਪੰਡ ਹੈ ਉਹਨਾਂ ਦੀ, ਮੋਦੀ ਸਰਕਾਰ ਦੀ, ਉਹ ਭਾਰੀ ਜ਼ਰੂਰ ਹੋ ਰਹੀ ਹੈ। ਅਖੀਰ ਤੇ ਉਹਨੂੰ ਹਰ ਹਾਲ ਝੁਕਣਾ ਪੈਣਾ, ਕਿਉਂਕਿ ਇਹ ਜਦੋਂ ਸ਼ੁਰੂ ਹੋਇਆ ਸੀ ਉਦੋਂ ਇਕੱਲੇ ਪੰਜਾਬ ਤੱਕ ਸੀਮਿਤ ਸੀਗਾ ਇਹ ਮੋਰਚਾ, ਤੇ ਉਹ ਮੋਦੀ ਕਹਿੰਦਾ ਵੀ ਸੀਗਾ ਵੀ ਜੇ ਇਹ ਕਾਨੂੰਨ ਮਾੜੇ ਹੋਣ ਤਾਂ ਬਾਕੀ ਸੂਬਿਆਂ ਦੇ ਕਿਸਾਨ ਕਿਉਂ ਨਾ ਉੱਠਣ, ਇਹ ਤਾਂ ਪੰਜਾਬ ਵਾਲੇ ਇਕੱਲੇ ਕਿਉਂ ਉੱਠਣ। ਉਹ ਹੁਣ ਮੋਦੀ ਦਾ ਦਿਨੋਂ ਦਿਨ ਭਰਮ ਟੁੱਟਦਾ ਜਾ ਰਿਹਾ ਵੀ ਕਾਨੂੰਨ ਜਿਹੜਾ ਕਹਿੰਦੇ ਵੀ ਬਾਕੀ ਸੂਬਿਆਂ ਦੇ ਕਾਨੂੰਨ ਦੇਸ਼ ਕਿਸਾਨ ਕਿਉਂ ਨਹੀਂ ਉੱਠਦੇ, ਉਹ ਵੀ ਉੱਠਣ ਲੱਗ ਗਏ। ਉਹ ਠੀਕ ਹੈ, ਜਾਗਰਤੀ ਕਿਸੇ ਸੂਬੇ 'ਚ ਪਹਿਲਾਂ ਆ ਗਈ, ਕਿਸੇ 'ਚ ਮਗਰੋਂ ਆ ਗਈ। ਜਿਵੇਂ ਆਪਣਾ ਝੋਨੇ ਨੂੰ ਜਦੋਂ ਪਰਾਲੀ ਨੂੰ ਅੱਗ ਲਾਉਣੇ ਹੁੰਦੇ ਆ, ਜਿੱਥੇ ਸੁੱਕੀ ਜ਼ਿਆਦਾ ਹੁੰਦੀ ਆ ਉਹ ਪਹਿਲਾਂ ਮੱਚ ਜਾਂਦੇ, ਉਸ ਤੋਂ ਬਾਅਦ ਨਾਲ ਦੀ ਨਾਲ ਜਿਉਂ ਫਿਰ ਉਹ ਸੁੱਕੀ ਗਿੱਲੀ ਇਕੱਠੇ ਹੋ ਜਾਂਦੇ। ਹੁਣ ਸੁੱਕੀ ਗਿੱਲੀ ਸਾਰੀ ਇਕੱਠੀ ਹੋਈ ਜਾਂਦੀ ਹੈ। 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੀਆਂ, ਉਹਦੇ ਲਈ ਕਿਸਾਨਾਂ ਦਾ ਕੋਈ 3 ਕਿਸਾਨ ਵੀ ਗਏ ਨੇ, ਬਾਏ 에ਅਰ ਗਏ ਨੇ ਪੱਛਮੀ ਬੰਗਾਲ ਦੇ ਵਿੱਚ। ਕੀ ਇਹ ਨਹੀਂ ਹੋਵੇਗਾ ਵੀ ਆਪਣਾ ਜੋ ਕਿਸਾਨੀ ਅੰਦੋਲਨ ਆ ਉਹ ਰਾਜਨੀਤੀ ਦੀ ਭੇਂਟ ਚੜ੍ਹ ਜਾਏਗਾ, ਜਾਂ ਕੋਈ ਰਾਜਨੀਤੀ ਦੀ ਭੇਂਟ ਚੜ੍ਹ ਜਾਏਗਾ, ਜਾਂ ਕੋਈ ਹੋਰ ਵੀ ਰਾਜਨੀਤਿਕ ਰੰਗ ਦਿੱਤਾ ਜਾ ਸਕਦਾ ਕਿਸਾਨ ਅੰਦੋਲਨ? ਦੇਖੋ ਜੀ, ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਹੋਈ ਹੈ, ਜਿਹਦੇ 'ਚ ਮੀਟਿੰਗ 'ਚ ਮੈਂ ਵੀ ਸ਼ਾਮਲ ਸੀ, ਜਿਹਦੇ 'ਚ ਫੈਸਲਾ ਕੀਤਾ, ਉੱਥੇ ਇਹ ਕਿਸੇ ਨੇ ਨਹੀਂ ਕਹਿਣ ਜਾਣਾ ਵੀ ਫਲਾਨੀ ਪਾਰਟੀ ਤੁਹਾਡੇ ਪੱਖ ਦੀ ਹੈਗੀ ਹੈ, ਤੁਹਾਡਾ ਜੇ ਉਹ ਜਿੱਤ ਜੇ ਤੁਹਾਡਾ ਕਲਿਆਣ ਹੋ ਜਾਊਗਾ, ਤੁਸੀਂ ਉਹਨੂੰ ਕਾਮਯਾਬ ਕਰੋ, ਉਹਦੀ ਕਾਮਯਾਬੀ ਤੁਹਾਡੀ ਕਾਮਯਾਬੀ ਹੈ, ਇਹੋ ਜਿਹਾ ਇੱਕ ਸ਼ਬਦ ਵੀ ਨਹੀਂ ਕਹਿਣਾ। ਸਿਰਫ ਇੱਕ ਗੱਲ ਕਹਿਣੀ ਹੈ ਵੀ ਬੀਜੇਪੀ ਤੇ ਉਹਦੀ ਜਿਹੜੀ ਸੰਗੀ ਉਹਦੇ ਗੱਠਜੋੜ 'ਚ ਸ਼ਾਮਲ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੀਆਂ ਨੀਤੀਆਂ ਨੇ, ਉਹਨਾਂ ਨੇ ਲਿਆਂਦੇ ਕਾਨੂੰਨਾਂ ਨੇ ਤੁਹਾਡਾ ਉਜਾੜਾ ਕੀਤਾ। ਸਾਰਾ ਦੁਨੀਆ ਕਹਿ ਰਹੀ ਹੈ ਵੀ ਇਹ ਕਾਨੂੰਨ ਗਲਤ ਹੈ। ਇਹ ਬੀਜੇਪੀ ਅਜੇ ਵੀ ਅੜੀ ਹੋਈ ਹੈ ਵੀ ਠੀਕ ਹੈ, ਸਰਕਾਰ ਅੜੀ ਹੋਈ ਹੈ, ਤੁਸੀਂ ਇਹਨੂੰ ਸਜ਼ਾ ਦਿਓ। ਸਿਰਫ ਇਹੀ ਕਹਿਣਾ ਵੀ ਇਹਨੂੰ ਸਜ਼ਾ ਦਿਓ। ਸਜ਼ਾ ਕਿਵੇਂ ਦੇਣੀ ਹੈ, ਕਿਹੜੇ ਢੰਗ ਨਾਲ ਦੇਣੀ ਹੈ, ਉਹਨਾਂ ਨੂੰ ਪਤਾ। ਸਿਰਫ ਇੰਨਾ ਕਹਿਣ ਜਾਣਗੇ, ਕਿਸੇ ਪਾਰਟੀ ਦੀ ਸਪੋਰਟ 'ਚ ਨਹੀਂ ਜਾਣਗੇ। ਮੋਦੀ ਨੂੰ ਸਜ਼ਾ ਦਿਓ, ਮੋਦੀ ਦੀ ਪਾਰਟੀ ਨੂੰ ਸਜ਼ਾ ਦਿਓ। ਹਰਿਆਣੇ ਦੇ ਵਿੱਚ ਬੇਭਰੋਸਗੀ ਦਾ ਮਤਾ ਜੋ ਗੁਰਨਾਮ ਸਿੰਘ ਚਡੂਨੀ ਹੋਰਾਂ ਵੱਲੋਂ ਪਾਇਆ ਗਿਆ ਸੀ, ਪਟੀਸ਼ਨ ਪਾਈ ਗਈ ਸੀ, ਪਰ ਉਹ ਸਰਕਾਰ ਬਚਾਉਣ ਦੇ ਵਿੱਚ ਕਾਮਯਾਬ ਰਹੇ ਨੇ। ਕੀ ਕਾਰਨ ਰਿਹਾ? ਉਹ ਸਰਕਾਰ ਕਿਵੇਂ ਬਚਾ ਗਏ? ਦੇਖੋ ਜੀ, ਜਿਹੜਾ ਤਾਂ ਜਿੱਦਾਂ ਮਤਾ ਉਹ ਲੋਕਾਂ ਤੋਂ, ਜਿਹੜਾ ਬੇਭਰੋਸਗੀ ਦਾ ਮਤਾ, ਜੇ ਸੱਚੀ ਉਹ ਕਹਿੰਦੇ ਆ ਵੀ ਅਸੀਂ ਲੋਕਾਂ ਦੇ ਫਤਵਾ ਲੈਣਾ, ਤਾਂ ਫਿਰ ਉਹਦੇ ਕਰਾਉਂਦੇ ਰਾਇਸ਼ੁਮਾਰੀ, ਪਿੰਡਾਂ 'ਚ ਰਾਇਸ਼ੁਮਾਰੀ ਕਰਾਉਂਦੇ। ਮੇਰਾ ਖਿਆਲ ਆ ਉਹਦਾ ਇੱਕ ਡਿੱਗਣਾ ਸੀਗਾ ਉਹਨੇ, ਪਰ ਉਹਨਾਂ ਨੇ ਰਾਇਸ਼ੁਮਾਰੀ ਪਾਸ ਕਿਤੋਂ ਕਰਵਾਇਆ? ਜਿਹੜੇ ਉਹਨਾਂ ਦੇ ਆਪਦੇ ਐਮਐਲਏ ਆ, ਬੀਜੇਪੀ ਦੇ ਐਮਐਲਏ ਆ, ਉਹ ਉਹਨਾਂ ਦੀ ਮੈਜੋਰਟੀ ਹੈਗੀ ਹੈ। ਹੁਣ ਉਹਨਾਂ ਨੂੰ ਐਮਐਲਏਆਂ ਨੂੰ ਹਜੇ ਉਹਨਾਂ ਨੂੰ ਐ ਹੈਗਾ ਵੀ ਚੱਲ ਯਾਰ ਆਪਾਂ ਕਾਹਨੂੰ ਐਮਐਲਏ ਅੰਦਰੋਂ, ਭਾਵੇਂ ਉਹਨਾਂ ਦਾ ਵਿਰੋਧ ਹੋ ਰਿਹਾ, ਉਹਨਾਂ ਨੇ ਆਪਦਾ ਲਾਲਚ ਬਸ, ਜਿਹੜੇ ਉਹਦੇ ਜੇਜੇਪੀ ਦੇ ਐਮਐਲਏ ਆ ਤੇ ਵਿੱਚੇ ਬੀਜੇਪੀ ਦੇ 55 ਬਣਦੇ, ਉਹ 55 ਨਹੀਂ ਹਿੱਲੇ ਉਹ। ਪਰ ਹੁਣ ਸਵਾਲ ਤਾਂ ਗਾਹਾਂ ਹੋਊਗਾ ਨਾ, ਪਤਾ ਤਾਂ ਫਿਰ ਲੱਗਣਾ ਵੀ ਹੁਣ ਪਿੰਡਾਂ 'ਚ ਜਾਂ ਤਾਂ ਵੜ ਕੇ ਦਿਖਾਉਣ। ਐਲਾਨ ਕਰਤਾ ਉੱਥੋਂ ਦੇ ਕਿਸਾਨਾਂ ਨੇ ਵੀ ਜਿਹੜੇ ਇਹ ਜੇਜੇਪੀ ਦੇ ਐਮਐਲਏ ਬੀਜੇਪੀ ਦੇ, ਇਹਨਾਂ ਨੇ ਸਾਨੂੰ ਵੋਟ ਨਹੀਂ ਪਾਈ। ਉਹਨੇ ਇਹੀ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਇੰਨੇ ਸਾਲਾਂ ਦੀਆਂ ਕਿਸਾਨ ਵੋਟ ਪਾਉਂਦੇ ਆਉਂਦੇ, ਅੱਜ ਸਾਨੂੰ ਵੋਟ ਪਾ ਦਿਓ। ਸਾਨੂੰ ਵੋਟ ਪਾਉਣ ਦਾ ਭਾਵ ਹੈ ਵੀ ਤੁਸੀਂ ਅੰਦੋਲਨ ਦੇ ਪੱਖ 'ਚ, ਕਾਨੂੰਨਾਂ ਦੇ ਵਿਰੋਧ 'ਚ, ਇਹਦੇ ਵਿਸ਼ਵਾਸ ਦੇ ਮਤੇ ਦੇ ਪੱਖ 'ਚ ਵੋਟ ਪਾਓ, ਉਹਦੇ ਖੱਟਰ ਦੇ ਉਲਟ ਵੋਟ ਪਾਓ। ਉਹਨਾਂ ਨੇ ਉਹ ਕਹਿੰਦੇ ਵੀ ਸਾਨੂੰ ਪਾਈ ਨਹੀਂ। ਉਹਨਾਂ ਨੇ ਮੰਗ ਕੀਤੀ ਸੀ ਕਿਸਾਨਾਂ ਨੇ ਵੀ ਅੱਜ ਸਾਨੂੰ ਵੋਟ ਪਾ ਦਿਓ। ਇਹ ਤੋਂ ਪਹਿਲਾਂ ਅਸੀਂ ਇੰਨੇ ਸਾਲ ਤੁਹਾਨੂੰ ਪਾਉਂਦੇ ਰਹੇ ਹਾਂ, ਪਰ ਉਹਨਾਂ ਨੇ ਮੰਨੀ ਨਹੀਂ। ਤੇ ਹੁਣ ਉਹ ਹੈਗਾ ਵੀ ਜਿਹੜਾ ਉਹਨਾਂ ਦਾ ਮੁਕੰਮਲ ਬਾਈਕਾਟ ਹੈ, ਉਹ ਕਹਿੰਦੇ ਰੈਲੀ ਕਰਨ ਦਾ ਕੀ ਗੱਲ ਹੈ, ਕਿਸੇ ਘਰੇ ਜਾ ਕੇ ਵੀ ਦਿਖਾਉਣ। ਇਹ ਇੱਕ ਹੋਰ ਮੁੱਦਾ ਇੰਨੀ ਦਿਨੀ ਆਪਣੇ ਸਾਹਮਣੇ ਆਇਆ ਜੋ ਸਿੱਧੀ ਅਦਾਇਗੀ ਵਾਲਾ, ਫਸਲਾਂ ਦੀ ਸਿੱਧੀ ਅਦਾਇਗੀ ਸੈਂਟਰ ਨੇ ਕਿਹਾ ਵੀ ਆੜ੍ਹਤੀਆਂ ਨੂੰ ਨਹੀਂ, ਕਿਸਾਨਾਂ ਦੇ ਖਾਤਿਆਂ 'ਚ ਪਊ। ਆੜ੍ਹਤੀਆਂ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦੀ ਵੀ ਗੱਲ ਕੀਤੀ ਗਈ ਆ। ਉਹਦਾ ਆਪਣੇ ਕਿਸਾਨਾਂ ਨੂੰ ਕੀ ਨੁਕਸਾਨ ਆ ਜਾਂ ਕੀ ਹੈਗਾ? ਦੇਖੋ ਜੀ, ਉਹਦੇ ਨਾਲ ਦੋਨੇ ਪਹਿਲੂ ਹੀ ਆ ਉਹਦੇ।
ਇੱਕ ਤਾਂ ਉਹਦਾ ਇਹ ਹੈਗਾ ਵੀ ਜੇ ਸਿੱਧੀ ਅਦਾਇਗੀ ਦਾ ਪਹਿਲਾਂ ਅਸੀਂ ਵੀ ਮੰਗ ਕਰਦੇ ਰਹੇ ਹਾਂ ਵੀ ਕਿਸਾਨਾਂ ਦੇ ਨੂੰ ਆੜ੍ਹਤੀਆਂ ਦੀ ਬਜਾਏ ਸਿੱਧਾ ਕਿਸਾਨਾਂ ਨੂੰ ਉਹਦੀ ਪੇਮੈਂਟ ਹੋਵੇ, ਪਰ ਜਿਹੜੇ ਢੰਗ ਨਾਲ ਹੁਣ ਇਹ ਸਿੱਧੀ ਅਦਾਇਗੀ ਕਰ ਰਹੇ ਆ ਉਹ ਇੱਕ ਜਾਲ ਚੋਂ ਨਿਕਲ ਕੇ ਖੂਹ ਚੋਂ ਨਿਕਲ ਕੇ ਦੂਜੇ ਖੂਹ 'ਚ ਡਿੱਗਣ ਵਾਲੀ ਸਾਨੂੰ ਗੱਲ ਲੱਗਦੀ ਹੈ, ਕਿਉਂਕਿ ਉਹਨਾਂ ਨੇ ਇਹ ਇੱਕ ਤਾਂ ਉਹਦੇ ਵਿੱਚ ਸ਼ਰਤਾਂ ਬਹੁਤ ਇਹੋ ਜਿਹੀਆਂ ਕਰਤੀਆਂ। ਇੱਕ ਵਾਰੀ ਸਮੱਸਿਆਵਾਂ ਖੜੀਆਂ ਕਰੂ ਕਿਸਾਨਾਂ ਨੂੰ। ਇੱਕ ਤਾਂ ਕਹਿੰਦਾ ਵੀ ਉਹ ਜਿਹੜਾ ਜ਼ਮੀਨ ਦਾ ਮਾਲਕ ਹੋਊਗਾ ਉਹੀ ਉਸੇ ਦੀ ਕਣਕ ਵਿਕੂਗੀ। ਬਹੁਤੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਕੋਈ ਆਪਦੀ ਮਾਲਕੀ ਹੈ ਨਹੀਂ, ਹਿੱਸੇ ਠੇਕੇ ਤੇ ਲੈ ਕੇ ਉਹ ਵਾਹੁੰਦੇ ਆ। ਇਹਦਾ ਭਾਵ ਉਹਦਾ ਤਾਂ ਹੱਕ ਹੀ ਕੱਢਤਾ ਉਹਦੇ ਵਿੱਚ। ਦੂਜੀ ਗੱਲ ਆ ਫਿਰ ਉਹਦਾ ਜਿਹੜਾ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਪਬਲਿਕ ਫਾਈਨੈਂਸ਼ੀਅਲ ਸਿਸਟਮ ਬਣਾਇਆ PSF ਇਹ ਜਾਂ ਨਾ ਕੋਈ ਹੈਗਾ, ਉਹਦਾ 'ਚ ਇਹ ਹੈਗਾ ਵੀ ਸਾਰੇ ਜਿਹੜੇ ਤੁਹਾਡੇ ਖਾਤੇ ਆ ਉਹ ਜਿੰਨੇ ਕਿਸਾਨ ਦੇ ਹੋਰ ਖਾਤੇ ਆ ਉਹਨਾਂ ਨਾਲ ਅਟੈਚ ਕਰਤੇ। ਉਹ ਅਟੈਚ ਕਰਨ ਦਾ ਪਿੱਛੇ ਇਹ ਵੀ ਹੈਗਾ ਵੀ ਤਾਂ ਕਿ ਜਿਹੜਾ ਕਿਸਾਨ ਨੇ ਕੋਈ ਹੋਰ ਕੋਈ ਕਰਜ਼ਾ ਦੇਣਾ, ਲੋਨ ਦੇਣਾ, ਹੁਣ ਤਾਂ ਅਸੀਂ ਅੜ ਜਾਂਦੇ ਆ ਵੀ ਭਾਈ ਅਸੀਂ ਨਹੀਂ ਭਰਾਂਗੇ। ਫਿਰ ਜਿਹੜੀ ਉਹ ਹੋ ਸਕਦਾ ਵੀ ਜਿਹੜੀ ਉਹਦੀ ਪੇਮੈਂਟ ਜਾਵੜੀ ਕਿਸਾਨ ਕੋਲੇ ਮਗਰੋਂ ਆਵੇ ਤੇ ਪਹਿਲਾਂ ਉਹਦਾ ਜਿਹੜਾ ਉਹਦੀਆਂ ਉਹਨਾਂ ਦੀਆਂ ਹੈਗੀਆਂ ਦੇਣਦਾਰੀਆਂ ਹੈਗੀਆਂ ਨੇ ਉਹਦੀਆਂ ਜਿਹੜੀਆਂ ਕਿ ਹਜੇ ਉਹ ਕਹਿੰਦਾ ਵੀ ਭਾਈ ਮੇਰਾ ਕਰਜ਼ਾ ਮਾਫ ਕਰੇ, ਉਹ ਦੇਣਦਾਰੀਆਂ 'ਚ ਉਹਦੀਆਂ ਪਹਿਲਾਂ ਚਲਿਆ ਜਾਵੇ, ਕੋਲੇ ਆਵੇ ਹੀ ਨਾ ਕੋਈ। ਸੋ ਇਸ ਕਰਕੇ ਇਸ 'ਚ ਦੂਜੇ ਪਾਸੇ ਅਸੀਂ ਜਿਹੜਾ ਕਹਿੰਦੇ ਸੀਗੇ ਵੀ ਆੜ੍ਹਤੀਆਂ ਨੂੰ ਨਾ ਮਿਲੇ, ਉਹਦੇ ਪਿੱਛੇ ਆਏ ਸੀਗੇ ਵੀ ਆੜ੍ਹਤੀਏ ਵੀ ਉਹਦੀ ਮਨਮਰਜ਼ੀ ਦੀ ਲੁੱਟ ਕਰਦੇ ਸੀਗੇ, ਨਜਾਇਜ਼ ਉਹਦੇ ਤੇ ਜਿਹੜਾ ਕਮਿਸ਼ਨ ਵਗੈਰਾ ਲਾ ਕੇ ਵਿਆਜ ਲਵਾ ਕੇ ਹੋਰ ਕਈ ਢੰਗਾਂ ਨਾਲ ਉਹਦੇ ਕਰਦੇ ਸੀਗੇ। ਸਾਨੂੰ ਐ ਸੀਗਾ ਵੀ ਕਿਸਾਨ ਆੜ੍ਹਤੀਆਂ ਰਾਹੀਂ ਆੜ੍ਹਤੀਏ ਉਹਦੀ ਜਦੋਂ ਪੇਮੈਂਟ ਆੜ੍ਹਤੀਏ ਦੇ ਖਾਤੇ ਜਾ ਵੜਦੇ ਆ ਉਹ ਵੀ ਕਿਸਾਨ ਨੂੰ ਲੁੱਟਦਾ। ਜਦੋਂ ਹੁਣ ਇਹ ਸਮਝ ਲਓ ਵੀ ਇਹ ਤਾਂ ਕੰਪਨੀਆਂ ਦੇ ਉਹ ਬੈਂਕ ਕਿਹਦੇ ਆ, ਇਹ ਵੱਡੀਆਂ ਕੰਪਨੀਆਂ ਦੇ ਆ। ਉਹ ਕੰਪਨੀਆਂ ਵੀ ਸਾਡੀਆਂ ਦੁਸ਼ਮਣ, ਸਾਡੇ ਤਾਂ ਦੋਨੇ ਦੁਸ਼ਮਣ ਬੈਠੇ ਆ। ਇਸ ਕਰਕੇ ਸਾਡੀ ਤਾਂ ਮੰਗ ਤਾਂ ਹੈਗੀ ਆ ਵੀ ਦੋਨੇ ਦੁਸ਼ਮਣਾਂ ਤੋਂ ਪਾਸ ਹੋ ਕੇ ਸਿੱਧਾ ਕਿਸਾਨਾਂ ਦੀ ਕੋਈ ਉਹਦੇ ਤੇ ਸ਼ਰਤ ਨਾ ਹੋਵੇ, ਉਹਦੇ ਤੇ ਸਿੱਧਾ ਉਹਨੂੰ ਬਿਨਾਂ ਉਹਦੇ ਕਿਸੇ ਉਹਦੇ ਤੇ ਕੋਈ ਕੰਡੀਸ਼ਨ ਲਾਏ ਉਹਦੇ ਖਾਤੇ 'ਚ ਦਿੱਤੇ ਜਾਂ ਉਹਦੇ ਤੇ ਸਿੱਧਾ ਉਹਨੂੰ ਪੇਮੈਂਟ ਹੋਵੇ, ਫਿਰ ਤਾਂ ਫਾਇਦਾ। ਇਸ ਕਰਕੇ ਇਸ ਤੇ ਹਜੇ ਅਸੀਂ ਕੋਈ ਨਾ ਤਾਂ ਇਹ ਕਹਿੰਦੇ ਆ ਵੀ ਅਸੀਂ ਹਜੇ ਇਹ ਵਿਚਾਰ ਅਧੀਨ ਹੈ। ਅਸੀਂ ਕਹਿੰਦੇ ਆ ਵੀ ਕਿਸਾਨਾਂ ਦਾ ਇੱਕ ਸਮੱਸਿਆ ਖੜੀ ਤਾਂ ਕਰਤੀ, ਹਜੇ ਕਿਸਾਨ ਇਹੀ ਮੰਗ ਕਰਨਗੇ ਵੀ ਯਾਰ ਸਾਨੂੰ ਇੱਕ ਵਾਰੀ ਜਿਵੇਂ ਚੱਲਦਾ ਚੱਲੀ ਜਾਣ ਦੇ, ਪਰ ਆਹ ਜਿਹੜੀਆਂ ਉਹਨਾਂ ਨੇ ਸ਼ਰਤਾਂ ਵਗੈਰਾ ਲਾਈਆਂ ਨੇ ਜਿਵੇਂ ਉਹ ਖਾਤਾ ਖੁਲਾਉਣ ਵਾਲੀਆਂ ਹੋਰ ਆ, ਤੁਸੀਂ ਪੜ੍ਹੇ ਹੀ ਹੋਣਾ ਉਹ ਜਿੰਨਾ ਕੁਛ ਹੈਗਾ, ਉਹ ਅਸੀਂ ਸਮਝਦੇ ਆ ਵੀ ਕੋਈ ਹੱਲ ਨਹੀਂ ਉਹਦਾ। ਜਿਹੜਾ ਅਸੀਂ ਕਹਿੰਦੇ ਸੀ ਨਾ ਆੜ੍ਹਤੀਆਂ ਦੇ ਚੁੰਗਲ 'ਚੋਂ ਨਿਕਲ ਜੇ, ਉਹ ਤਾਂ ਆੜ੍ਹਤੀਆਂ ਦੇ ਚੁੰਗਲ 'ਚੋਂ ਕੱਢਦੇ ਆ ਪਰ ਕਿਸੇ ਹੋਰ ਚੁੰਗਲ 'ਚ ਫਸਾਉਂਦੇ ਆ। ਕਿਸਾਨ ਫਿਰ ਚੁੰਗਲ 'ਚ ਹੀ ਰਹੂਗਾ। ਸੋ ਇਸ ਕਰਕੇ ਉਹਦੀ ਅਸੀਂ ਨੀਤੀ ਦਾ ਕੋਈ ਪੱਖ ਨਹੀਂ ਕਰਦੇ। ਕੋਈ 22 ਜਨਵਰੀ ਤੋਂ ਬਾਅਦ ਇੱਕ ਤਰ੍ਹਾਂ ਪੂਰਾ ਡੈਡਲੌਕ ਆ, ਕੋਈ ਗੱਲਬਾਤ ਨਹੀਂ ਹੋਈ। ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਐਕਸ਼ਨ ਪਲਾਨ ਕੀ ਰਹਿਣਗੇ ਜੇ ਨਹੀਂ ਗਵਰਨਮੈਂਟ ਗੱਲ ਸੁਣਦੀ ਤਾਂ? ਦੇਖੋ ਜੀ 22 ਜਨਵਰੀ ਨੂੰ ਲਾਸਟ ਮੀਟਿੰਗ ਹੋਈ ਹੈ, ਉਦੋਂ ਬਾਅਦ ਅਸੀਂ ਤਿਆਰ ਹਾਂ, ਕੋਈ ਐ ਨਹੀਂ ਵੀ ਗੱਲਬਾਤ ਤੋਂ ਭੱਜੇ। ਪਰ ਅਸੀਂ ਜਿਹੜੀ ਉਹਨਾਂ ਨੇ ਸ਼ਰਤ ਲਾਈ ਹੈ, ਸ਼ਰਤ ਉਹਨਾਂ ਨੇ ਪਤਾ ਕੀ ਲਾਈ ਹੈ, ਡੈਡਲੌਕ ਕਿਉਂ ਹੈ। ਉਹ ਕਹਿੰਦੇ ਵੀ ਆ 1.5 ਸਾਲ ਵਾਲੀ ਜਿਹੜੀ ਸਾਡੀ ਪ੍ਰਪੋਜ਼ਲ ਹੈ ਵੀ 1.5 ਸਾਲ ਲਈ ਸਸਪੈਂਡ ਕਰ ਦਿੰਦੇ ਆ, ਇੱਕ ਕਮੇਟੀ ਬਣਾ ਦਿੰਦੇ ਆ ਵਿਚਾਰ ਕਰਨ ਦੀ ਖਾਤਰ, ਤੇ ਉਹ ਜੋ ਵੀ ਕਮੇਟੀ ਸਾਂਝੀ ਕਮੇਟੀ ਵਿੱਚ ਕਿਸਾਨ ਆਗੂਆਂ ਦੀ ਤੇ ਸਰਕਾਰ ਦੀ ਜੋ ਕਮੇਟੀ ਸਿਫਾਰਿਸ਼ ਦੇਊਗੀ ਉਹਨੂੰ ਮੰਨ ਲਾਂਗੇ। ਉਹ ਭਾਵੇਂ 2 ਸਾਲ ਨੂੰ ਸਿਫਾਰਿਸ਼ ਦੇ ਦੇ, ਭਾਵੇਂ 3 ਸਾਲ ਨੂੰ ਦੇ ਦੇ, ਤੇ ਉਹ ਤੁਸੀਂ ਇਹ ਆਪਣਾ ਅੰਦੋਲਨ ਸਮਾਪਤ ਕਰ ਲਓ। ਇਹ ਸ਼ਰਤ ਲਾਈ ਹੋਈ ਆ ਉਹਨਾਂ ਨੇ। ਇਸ ਕਰਕੇ ਅਸੀਂ ਉਹਨਾਂ ਦੀ ਸ਼ਰਤ ਇਨਕਾਰ ਕੀਤਾ ਹੋਇਆ ਵੀ 1.5 ਸਾਲ ਵਾਲੀ ਸਾਨੂੰ ਮਨਜ਼ੂਰ ਨਹੀਂ। 1.5 ਸਾਲ ਦਾ ਕੀ ਹੈਗਾ, ਕਈ ਤਾਂ ਹੁਣ ਕਹਿ ਰਹੇ ਆ ਵਿੱਚ ਪੱਤਰਕਾਰ ਵੀ ਆ, ਬੁੱਧੀਜੀਵੀ ਵੀ ਆ, ਲੀਡਰ ਵੀ ਕਹਿ ਰਹੇ ਆ ਵੀ ਜੋ 1.5 ਸਾਲ ਲਈ ਤਾਂ ਤੁਹਾਡੇ ਤੋਂ ਤਲਵਾਰ ਪਾਸੇ ਹਟਦੇ ਆ। ਅਸੀਂ ਕਹਿੰਦੇ 1.5 ਸਾਲ ਦੇ ਪਿੱਛੇ ਹਟ ਗਏ, ਅਸੀਂ ਇਹਨੂੰ ਮੌਤ ਦੇ ਵਾਰੰਟ ਕਹਿੰਦੇ ਆ। ਜੇ ਕਿਸੇ ਤੋਂ ਕੋਈ ਐਂ ਕਹਦੇ ਵੀ ਤੈਨੂੰ ਭਾਈ ਫਾਂਸੀ ਹੋਣ ਨਹੀਂ ਦਿੰਦੇ, ਤੈਨੂੰ 1.5 ਸਾਲ ਨੂੰ ਦੇਵਾਂਗੇ, ਕੀ ਉਹ ਰਾਹਤ ਮਿਲੂਗੀ ਉਹਨੂੰ? ਇਹ ਸਾਡੇ ਲਈ ਤਾਂ ਉਹੀ ਜੀ ਹੈ, ਫਾਂਸੀ ਹੋਣ ਦੇ ਦੇਣ 1.5 ਸਾਲ ਸਾਨੂੰ ਰਾਹਤ ਤਾਂ ਫੇਰ ਮਿਲੂਗੀ ਵੀ ਭਾਈ ਕਾਟਾ ਵੱਜ ਗਿਆ, ਇਹ ਕਾਨੂੰਨ ਤੁਹਾਡੇ ਤੇ ਲਾਗੂ ਨਹੀਂ ਹੋਣਗੇ, ਖਤਮ ਹੋ ਗਏ, ਫੇਰ ਤਾਂ ਰਾਹਤ ਹੈ। ਜੇ ਕਾਨੂੰਨ 1.5 ਸਾਲ ਬਾਅਦ ਲਾਗੂ ਕਰਨੇ ਆ, 1.5 ਸਾਲ ਤੱਕ ਸਸਪੈਂਡ ਕਰਨੇ ਆ, ਭੱਜਦਿਆਂ ਨੂੰ ਬਾਹਣ ਬਰਾਬਰ ਹੈ। ਜਿੰਨਾ ਉਹਨਾਂ ਦਾ ਜ਼ੋਰ ਲੱਗ ਸਾਡਾ ਜ਼ੋਰ ਲੱਗ ਰੱਖਿਆ ਉਹਨੇ ਉਹਨਾਂ ਦਾ ਲੱਗ ਰਿਹਾ। ਇੱਕ ਲਾਸਟ ਸਵਾਲ, ਜਿਵੇਂ ਹੁਣ ਹਾੜੀ ਰੁੱਤ ਆ ਗਿਆ, ਕਣਕ ਲੋਕਾਂ ਨੇ ਬਿਜੀ ਹੋ ਜਾਣਾ, ਕੀ ਤੁਹਾਨੂੰ ਲੱਗਦਾ ਹੈ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਲੋਕ ਉਵੇਂ ਦੀ ਉਵੇਂ ਉੱਥੇ ਆਉਂਦੇ ਰਹਿਣਗੇ ਮੋਰਚੇ ਦੇ ਵਿੱਚ? ਸਾਡਾ ਜੀ ਪੰਜਾਬ 'ਚ ਪਹਿਲਾਂ ਅਸੀਂ ਕਰਕੇ ਹਟੇ ਆ, ਜਦੋਂ ਅਸੀਂ ਝੋਨਾ ਵੱਢਿਆ ਕਣਕ ਬੀਜੀ ਹੈ, ਮੋਰਚਾ ਉਦੋਂ ਵੀ ਚੱਲਦਾ ਸੀ ਪੰਜਾਬ 'ਚ, ਤਾਂ ਉਦੋਂ ਵੀ ਅਸੀਂ ਦੋਨੇ ਸਾਂਭੇ ਹੀ ਹੈ। ਉਦੋਂ ਵੀ ਸਾਨੂੰ ਕਹਿੰਦੇ ਸੀਗੇ ਵੀ ਹੁਣ ਤਾਂ ਰੇਲਾਂ ਤੇ ਕਿਸੇ ਨੇ ਨਹੀਂ ਰਹਿਣਾ, ਟੋਲ ਪਲਾਜ਼ਾ ਤੇ ਹੁਣ ਤਾਂ ਕਿਸੇ ਨੇ ਨਹੀਂ ਰਹਿਣਾ, ਵੀ ਹੁਣ ਤਾਂ ਸਾਰੇ ਦੋਨੇ ਚੀਜ਼ਾਂ ਹੀ ਚੱਲੀਆਂ, ਰੇਲਾਂ ਵੀ ਬੰਦ ਰਹੀਆਂ, ਟੋਲ ਪਲਾਜ਼ੇ ਵੀ ਬੰਦ ਰਹੇ, ਤੇ ਝੋਨਾ ਵੀ ਵੱਢਿਆ, ਕਣਕ ਵੀ ਬੀਜੀ ਹੈ। ਉਵੇਂ ਹੁਣ ਕਰ ਲਾਂਗੇ। ਨਾਲੇ ਹੁਣ ਤਾਂ ਉਦੋਂ ਫਰਕ ਪੈ ਗਿਆ, ਉਦੋਂ ਕਿਸੇ ਪਿੰਡ ਦਾ ਮਤਾ ਹੀ ਨਹੀਂ ਪਿਆ ਹੋਇਆ ਸੀਗਾ, ਹੁਣ ਤਾਂ ਮਤੇ ਪੈ ਗਏ ਵੀ ਭਾਈ ਬਾਰੀ ਰੋਟੇਸ਼ਨ ਵਾਈਜ਼ ਸਾਰਿਆਂ ਦੀ ਬਾਰੀ, ਸਾਰੇ ਪਿੰਡ ਦੀ ਬਾਰੀ ਆਉਣੀ ਚਾਹੀਦੀ ਹੈ, ਕੋਈ ਬੰਦਾ ਬਾਰੀ ਚੋਂ ਬਾਹਰ ਨਾ ਰਹੇ। ਜੇ ਬਾਰੀ ਵੱਜ ਜੇ ਫਿਰ ਤਾਂ ਲੋੜ ਹੀ ਨਹੀਂ, ਭਾਵੇਂ ਅਗਲੇ ਹਾੜੀ ਤੱਕ ਜਾਵੜੇ, ਫਿਰ ਤਾਂ ਭਾਵੇਂ। ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਤੁਹਾਡੇ ਚੈਨਲ ਦਾ ਵੀ ਧੰਨਵਾਦ। ਇਹ ਸਨ ਸਰਜੀਤ ਸਿੰਘ ਫੂਲ, ਜਿਨ੍ਹਾਂ ਨੇ ਸਾਫ਼-ਸਾਫ਼ ਕਿਹਾ ਸੰਯੁਕਤ ਮੋਰਚਾ ਜੋ ਉੱਥੇ ਚੱਲ ਰਿਹਾ ਦਿੱਲੀ ਦੇ ਵਿੱਚ ਉਵੇਂ ਦੀ ਉਵੇਂ ਚੱਲਦਾ ਰਹੂਗਾ, ਕੋਈ ਫਰਕ ਨਹੀਂ ਆਇਆ ਉਸ ਮੋਰਚੇ ਦੇ ਵਿੱਚ ਵੀ। ਬਾਕੀ ਜੋ ਮੁੱਦੇ ਤੁਹਾਨੂੰ ਸਾਰੇ ਉਹਨਾਂ ਨੇ ਦੱਸੇ ਨੇ। ਕੈਮਰਾ ਪਰਸਨ ਸੁਖਦੇਵ ਧਾਲੀਵਾਲ ਦੇ ਨਾਲ ਮੈਂ ਅਰਮਾਨ ਧਾਲੀਵਾਲ, ਧੰਨਵਾਦ।